गुड मॉर्निंग स्टूडेंट्स ਅਸੀਂ ਅੱਜ ਕੰਟੀਨਿਊ ਕਰ ਰਹੇ ਹਾਂ 10ਵੀਂ ਜਮਾਤ ਦਾ ਪੰਜਾਬੀ ਦਾ ਟੌਪਿਕ ਮਾਨ ਪੰਜਾਬੀ ਦਾ, ਜੋ ਕਿ ਕੁਲਵੰਤ ਸਿੰਘ ਰਫੀਕ ਦੁਆਰਾ ਰਚਿਤ ਹੈ। ਅਸੀਂ ਇਸ ਕਵਿਤਾ ਦੇ ਵਿੱਚ ਅਸੀਂ ਪਹਿਲੇ 4 ਕਾਵਿ ਟੋਟੇ ਕਰ ਚੁੱਕੇ ਹਾਂ, ਜਿਨ੍ਹਾਂ ਕਾਵਿ ਟੋਟਿਆਂ ਦੇ ਵਿੱਚ ਕੁਲਵੰਤ ਸਿੰਘ ਰਫੀਕ ਜੀ ਨੇ ਉਹਨਾਂ ਦਾ ਨਿਰਾਦਰ ਕੀਤਾ ਹੈ ਜਿਹੜੇ ਆਪਣੀ ਮਾਂ ਬੋਲੀ ਪੰਜਾਬੀ ਦੀ ਇੱਜ਼ਤ ਨਹੀਂ ਕਰਦੇ। ਅੱਜ ਅਸੀਂ 5ਵਾਂ ਕਾਵਿ ਟੋਟਾ ਕਰਾਂਗੇ। 5ਵੇਂ ਕਾਵਿ ਟੋਟੇ ਵਿੱਚ ਕਵੀ ਜੀ ਆਖਦੇ ਹਨ, ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਇਸ ਰਾਣੀ ਨੂੰ ਆਪਣੇ ਘਰ ਦੀ ਜ਼ਿੱਲਤ ਮਿਲਦੀ ਹੈ। ਕਦ ਕੁਰਸੀ 'ਚੋਂ ਗੂੰਜੇਗਾ ਫੁਰਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਕਵੀ ਕਹਿੰਦਾ ਹੈ ਕਿ ਪੰਜਾਬੀ ਬੋਲੀ ਨੂੰ ਪੰਜਾਬ ਦੇ ਕਿਸੇ ਵੀ ਦਫ਼ਤਰ ਵਿੱਚ ਇੱਜ਼ਤ ਨਹੀਂ ਮਿਲਦੀ। ਪੰਜਾਬੀ ਬੋਲੀ ਕਿੱਥੋਂ ਦੀ ਬੋਲੀ ਹੈ? ਪੰਜਾਬ ਦੀ ਬੋਲੀ ਹੈ। ਪੰਜਾਬ ਦੀ ਬੋਲੀ ਹੋਣ ਕਰਕੇ ਇਹਨੂੰ ਪੰਜਾਬ ਦੇ ਵਿੱਚ ਵੀ ਇੱਜ਼ਤ ਨਹੀਂ ਮਿਲਦੀ, ਜ਼ਿੱਲਤ ਮਿਲਦੀ ਹੈ, ਇਹਦੀ ਬੇਕਦਰੀ ਕੀਤੀ ਜਾਂਦੀ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਕਦੋਂ ਪੰਜਾਬ ਦੀ ਸਰਕਾਰ ਵਿੱਚੋਂ ਇਹ ਫਰਮਾਨ ਨਿਕਲੇਗਾ, ਕਦੋਂ ਪੰਜਾਬ ਦੇ ਹਰ ਦਫ਼ਤਰ ਵਿੱਚ ਪੰਜਾਬੀ ਦਾ ਨਾਮ ਗੂੰਜੇਗਾ। ਇਸ ਕਰਕੇ ਉਹਨਾਂ ਨੇ ਕਿਹਾ ਕਦ ਗੂੰਜੇਗਾ ਫਰਮਾਨ ਪੰਜਾਬੀ ਦਾ, ਯਾਨੀ ਕਿ ਕਦ ਕੁਰਸੀ 'ਚੋਂ ਗੂੰਜੇਗਾ ਫਰਮਾਨ ਪੰਜਾਬੀ ਦਾ, ਅਤੇ ਉਸ ਦਿਨ ਮੇਰਾ ਜ਼ਰਾ ਜ਼ਰਾ ਕਹਿ ਉੱਠੇਗਾ ਮੈਨੂੰ ਮਾਣ ਪੰਜਾਬੀ ਦਾ। ਅਗਲੇ ਕਾਵਿ ਟੋਟੇ ਵਿੱਚ ਕਵੀ ਜੀ ਫਰਮਾਉਂਦੇ ਹਨ, ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਝੁਕ ਝੁਕ ਸੀਸ ਨਿਵਾਉਂਦੇ ਹਾਂ, ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਕਹਿੰਦੇ ਬੇਗਾਨੀ ਭਾਸ਼ਾ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਮਿਲ ਮਿਲ ਗਲੇ ਲਾਉਂਦੇ ਹਾਂ, ਹਿੰਦੀ ਨੂੰ ਵੀ ਅਸੀਂ ਝੁੱਕ ਝੁੱਕ ਕੇ ਸਲਾਮਾਂ ਕਰਦੇ ਹਾਂ, ਲੇਕਿਨ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਉਸ ਦੇ ਵੱਲ ਇੱਕ ਵੱਲ ਵੀ ਧਿਆਨ ਨਹੀਂ ਦਿੰਦੇ। ਸਾਡੀ ਮਾਂ ਬੋਲੀ ਪੰਜਾਬੀ ਰੁਲੀ ਜਾਂਦੀ ਹੈ। ਜਿਸ ਦਿਨ ਕਹਿੰਦਾ ਇਹ ਸਭ ਚੀਜ਼ਾਂ ਦੂਰ ਹੋ ਕੇ ਅਸੀਂ ਪੰਜਾਬੀ ਨੂੰ ਗੱਲ ਲਾ ਲਾਂਗੇ, ਉਸ ਦਿਨ ਕਹਿੰਦਾ ਮੇਰਾ ਲੂ ਲੂ ਮੇਰਾ ਜ਼ਰਾ ਜ਼ਰਾ ਕਹਿ ਉੱਠੇਗਾ ਮੈਨੂੰ ਮਾਣ ਪੰਜਾਬੀ ਦਾ। ਅਗਲੇ ਕਾਵਿ ਟੋਟੇ ਵਿੱਚ ਕਵੀ ਜੀ ਆਖਦੇ ਹਨ, ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ, ਸ਼ਾਲਾ ਵਸਦਾ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਇਸ ਕਾਵਿ ਟੋਟੇ ਵਿੱਚ ਸ਼ਾਲਾ ਵਰਡ ਦਾ ਅਰਥ ਹੈ ਸਦਾ, ਯਾਨੀ ਕਿ ਹਮੇਸ਼ਾ। ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਅਗਰ ਸਾਡੀ ਮਾਂ ਹੋਵੇ, ਯਾਨੀ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਹੋਵੇ, ਤਾਂ ਘਰ ਸਾਡਾ ਪੰਜਾਬ ਸਾਨੂੰ ਹੋਰ ਵੀ ਸੋਹਣਾ ਲੱਗੇਗਾ। ਮਾਸੀ ਵੀ ਜੇ ਹੋਵੇ ਨਾਲ ਤਾਂ ਹੋਰ ਵੀ ਫੱਬਦਾ ਹੈ। ਮੀਨਜ਼ ਮਾਸੀ ਕਿਸ ਨੂੰ ਕਿਹਾ ਗਿਆ ਹੈ? ਇਸ ਕਵਿਤਾ ਵਿੱਚ ਮਾਸੀ ਹਿੰਦੀ ਬੋਲੀ ਨੂੰ ਕਿਹਾ ਗਿਆ ਹੈ। ਕਹਿੰਦੇ ਹਨ ਕਿ ਜੇ ਪੰਜਾਬੀ ਦੇ ਨਾਲ ਹਿੰਦੀ ਬੋਲੀ ਵੀ ਹੋਵੇ ਤਾਂ ਸਾਨੂੰ ਹੋਰ ਵੀ ਫੱਬੇਗਾ। ਸ਼ਾਲਾ ਵਸਦਾ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ, ਕਿ ਸਦਾ ਇਸ ਦੁਨੀਆ ਦੇ ਉੱਤੇ ਪੰਜਾਬੀ ਭਾਸ਼ਾ ਦਾ ਸਤਿਕਾਰ ਹੁੰਦਾ ਰਵੇ, ਵਸਦਾ ਰਵੇ, ਅਤੇ ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਅਗਲੇ ਕਾਵਿ ਟੋਟੇ ਵਿੱਚ ਕੁਲਵੰਤ ਸਿੰਘ ਰਫੀਕ ਜੀ ਪੂਰੀ ਦੁਨੀਆ ਦੇ ਉੱਤੇ ਪੰਜਾਬੀ ਦੀ ਖੁਸ਼ਬੂ ਦੀ ਗੱਲ ਕਰਦੇ ਹੋਏ ਕਹਿੰਦੇ ਹਨ, ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ, ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ, ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਕਵੀ ਜੀ ਆਖਦੇ ਹਨ ਕਿ ਕੁੱਲ ਮੈਨੇ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਬੋਲੀ ਦੀ ਖੁਸ਼ਬੂ ਫੈਲੀ ਹੋਈ ਹੈ। ਪੂਰੀ ਦੁਨੀਆ ਵਿੱਚ ਕਿਵੇਂ? ਪੰਜਾਬੀ ਥਾਂ ਥਾਂ 'ਤੇ ਵਸਦੇ ਹਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਹਰ ਥਾਂ 'ਤੇ ਪੰਜਾਬੀ ਵਸਦੇ ਹਨ। ਕਹਿੰਦੇ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਬੋਲੀ ਦੀ ਖੁਸ਼ਬੂ ਫੈਲੀ ਹੋਈ ਹੈ। ਉਜਲੀ ਲਿਸ਼ਕੀ ਮੀਨਸ ਸਾਫ ਸੁਥਰੀ, ਲਿਪੀ ਪੋਚੀ, ਆਪਾਂ ਕਹਿੰਦੇ ਨਾ ਘਰੇ ਆ ਕੇ ਪੋਚਾ ਮਾਰਦੇ ਆਪਾਂ ਲਿਪੀ ਪੋਚੀ, ਉਸ ਹਿਸਾਬ ਨਾਲ ਸਾਫ ਸੁਥਰੀ, ਰਤਾ ਨਾ ਮੈਲੀ ਹੈ, ਕਿ ਜਮਾ ਵੀ ਮੈਲੀ ਨਹੀਂ ਹੈਗੀ। ਪਦਮ ਸ਼੍ਰੀ ਪਾਤਰ ਹੈਗਾ ਸੁਰਜੀਤ ਪਾਤਰ, ਇਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਸੀਗਾ ਪੰਜਾਬੀ ਭਾਸ਼ਾ ਦੇ ਵਿੱਚ ਕਵਿਤਾਵਾਂ ਲਿਖਣ ਕਰਕੇ। ਕਹਿੰਦੇ ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਅਗਲੇ ਕਾਵਿ ਟੋਟੇ ਵਿੱਚ ਕੁਲਵੰਤ ਸਿੰਘ ਰਫੀਕ ਜੀ ਪੰਜਾਬ ਦੀ ਧਰਤੀ ਦਾ ਮਹੱਤਤਾ ਦੱਸਦੇ ਹੋਏ ਆਖਦੇ ਹਨ ਕਿ ਹਰ ਇੱਕ ਸੁੱਖ ਧਰਤੀ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ, ਮਾਂ ਬੋਲੀ ਲਿਖਾਵਣ ਵੇਲੇ ਕਿਉਂ ਘਬਰਾਉਂਦੇ ਨੇ, ਸਭ ਤੋਂ ਵੱਡਾ ਕਰ ਰਹੇ ਇਹ ਨੁਕਸਾਨ ਪੰਜਾਬੀ ਦਾ, ਮੇਰਾ ਜ਼ਰਾ ਜ਼ਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਕੀ ਕਹਿੰਦੇ ਹਨ ਕਿ ਜਿਹੜੀ ਪੰਜਾਬ ਦੀ ਧਰਤੀ
ਸਾਨੂੰ ਅੰਨ ਦਿੰਦੀ ਹੈ, ਸਾਨੂੰ ਸਭ ਕੁਝ ਦਿੰਦੀ ਹੈ, ਸਾਨੂੰ ਰੋਜ਼ੀ ਰੋਟੀ ਦਿੰਦੀ ਹੈ, ਸਾਡਾ ਘਰ ਚਲਾਉਂਦੀ ਹੈ। ਅਸੀਂ ਫਿਰ ਉਸ ਪੰਜਾਬ ਦੀ ਧਰਤੀ ਦੀ ਮਾਂ ਬੋਲੀ ਪੰਜਾਬੀ ਨੂੰ ਬੋਲਣ ਵੇਲੇ, ਲਿਖਣ ਵੇਲੇ ਕਿਉਂ ਘਬਰਾਉਂਦੇ ਹਾਂ? ਸਭ ਤੋਂ ਵੱਡਾ ਅਸੀਂ ਇਹ ਨੁਕਸਾਨ ਕਰ ਰਹੇ ਹਾਂ ਆਪਦਾ, ਅਤੇ ਪੰਜਾਬੀ ਬੋਲੀ ਦਾ ਨਿਰਾਦਰ ਕਰ ਰਹੇ ਹਾਂ। ਸੋ ਕਵੀ ਜੀ ਕਹਿੰਦੇ ਹਨ ਕਿ ਸਭ ਤੋਂ ਵੱਡਾ ਹੋ ਰਿਹਾ ਹੈ ਇਹ ਨੁਕਸਾਨ ਪੰਜਾਬੀ ਦਾ, ਮੇਰਾ ਜ਼ੱਰਾ ਜ਼ੱਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਅਗਲੇ ਕਾਵਿ ਟੋਟੇ ਵਿੱਚ ਰਫੀਕ ਜੀ ਦੱਸਦੇ ਹਨ ਕਿ ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਲਚਰ ਗੀਤਾਂ ਨੇ ਕੀਤੀ ਮੈਲੀ ਸਾਖ ਪੰਜਾਬੀ ਦੀ, ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ, ਮੇਰਾ ਜ਼ੱਰਾ ਜ਼ੱਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਇਸ ਕਵਿਤਾ ਦੇ ਵਿੱਚ, ਇਸ ਕਾਵਿ ਟੋਟੇ ਦੇ ਵਿੱਚ 3 ਅੱਖਰ ਆਏ ਨੇ, ਜਿਵੇਂ ਕਿ ਧਾਕ। ਧਾਕ ਮੈਨੇ ਹੁੰਦਾ ਪ੍ਰਸਿੱਧੀ, ਲਚਰ, ਲਚਰ ਮੈਨੇ ਹੁੰਦਾ ਅਸ਼ਲੀਲ ਜਾਂ ਗੰਦਾ, ਅਤੇ ਸਾਖ ਮੈਨੇ ਹੁੰਦਾ ਇੱਜ਼ਤ, ਸ਼ੋਹਰਤ। ਕਹਿੰਦੇ ਹਨ ਕਿ ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਕਿ ਪੰਜਾਬੀ ਬੋਲੀ ਸਾਰੀ ਦੁਨੀਆ ਵਿੱਚ ਬਹੁਤ ਪ੍ਰਸਿੱਧੀ ਹੈ। ਲਚਰ ਗੀਤਾਂ ਯਾਨੀ ਕਿ ਗੰਦੇ ਗੀਤਾਂ ਨੇ ਕੀਤੀ ਹੈ ਸਾਖ ਮੈਲੀ ਸਾਖ ਪੰਜਾਬੀ ਦੀ, ਜਿਹੜੀ ਉਹਦੀ ਇੱਜ਼ਤ ਹੈ ਉਹ ਮੈਲੀ ਕਰਤੀ ਗੰਦੇ ਗੀਤਾਂ ਨੇ, ਅਸ਼ਲੀਲ ਗੀਤਾਂ ਨੇ, ਲਚਰ ਗੀਤਾਂ ਨੇ ਕੀਤੀ ਹੈ ਮੈਲੀ ਸਾਖ ਪੰਜਾਬੀ ਦੀ। ਆਓ ਆਪਾਂ ਕੀ ਕਰੀਏ, ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ, ਕਿ ਆਪਾਂ ਸੋਹਣੇ ਸੋਹਣੇ ਗੀਤਾਂ ਨੂੰ ਪ੍ਰੈਫਰ ਕਰਕੇ, ਸੋਹਣੇ ਸੋਹਣੇ ਗੀਤਾਂ ਨੂੰ ਪ੍ਰਸਿੱਧ ਕਰਕੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਫੇਰ ਮਾਣ ਬਖਸ਼ੀਏ। ਕਹਿੰਦਾ ਸੋਹਣੇ ਗੀਤਾਂ ਨਾਲ ਕਰੀਏ ਅਸੀਂ ਸਨਮਾਨ ਪੰਜਾਬੀ ਦਾ, ਮੇਰਾ ਜ਼ੱਰਾ ਜ਼ੱਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਸੋ ਸਟੂਡੈਂਟਸ, ਅਗਲੇ ਕਾਵਿ ਟੋਟੇ ਦੇ ਵਿੱਚ ਕਵੀ ਜੀ ਖੁਦ ਦੇ ਉੱਤੇ ਪੰਜਾਬੀ ਦੇ ਪਰਉਪਕਾਰਾਂ ਦਾ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ, ਜੀਵਨ ਮੇਰੇ ਦੇ ਸੱਚਮੁੱਚ ਇੱਕ ਲਈ ਅੰਗੜਾਈ ਸੀ, ਹੋਂਦ ਰਫੀਕ ਦੀ ਮੰਨੋ ਹੈ ਵਰਦਾਨ ਪੰਜਾਬੀ ਦਾ, ਮੇਰਾ ਜ਼ੱਰਾ ਜ਼ੱਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ। ਕੀ ਕਹਿੰਦੇ ਹਨ, ਇਸ ਕਵਿਤਾ ਦੇ ਵਿੱਚ ਵੀ, ਇਸ ਕਾਵਿ ਟੋਟੇ ਦੇ ਵਿੱਚ ਵੀ 2 ਅੱਖਰ ਆਏ ਹਨ, ਅੰਗੜਾਈ ਅਤੇ ਵਰਦਾਨ। ਅੰਗੜਾਈ ਦਾ ਮਤਲਬ ਹੁੰਦਾ ਸੁਸਤੀ ਭੰਨਣੀ, ਜਿਵੇਂ ਅਸੀਂ ਸੁਬਾਹ ਉੱਠ ਕੇ ਅੰਗੜਾਈਆਂ ਲੈਂਦੇ ਹਨ, ਸੁਸਤੀ ਪਾਉਂਦੇ ਹਾਂ ਆਪਦੀ, ਉਸ ਨੂੰ ਹੈ। ਅਤੇ ਵਰਦਾਨ ਦਾ ਮਤਲਬ ਹੈ ਵਰ, ਇੱਕ ਤਰ੍ਹਾਂ ਦਾ ਪੁਰਸਕਾਰ ਕਹਿ ਸਕਦੇ ਹਾਂ ਅਸੀਂ। ਕਹਿੰਦੇ ਹਨ ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ, ਇਸਨੇ ਮਤਲਬ ਪੰਜਾਬੀ ਨੇ, ਕਿ ਮੈਂ ਪੰਜਾਬੀ ਬੋਲੀ ਦੇ ਵਿੱਚ ਜਦੋਂ ਆਪਣੀ ਕਵਿਤਾ ਲਿਖਣੀ ਸਿੱਖੀ ਸੀ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਸੀ ਅੰਗੜਾਈ, ਯਾਨੀ ਕਿ ਮੇਰੇ ਜੀਵਨ ਦੇ ਵਿੱਚ ਸੁਸਤੀ ਕੀ ਹੋ ਗਈ ਸੀ, ਖਤਮ ਹੋ ਗਈ ਸੀ। ਹੋਂਦ ਰਫੀਕ ਦੀ ਮੰਨੋ ਮੀਨਸ ਮੇਰਾ ਅੱਜ ਤੱਕ ਜੋ ਵੀ ਕੁਛ ਹੈ ਉਹ ਸਭ ਕੁਛ ਕਿਸ ਦੀ ਦੇਣ ਹੈ, ਪੰਜਾਬੀ ਦੀ ਦੇਣ ਹੈ। ਇਸ ਕਰਕੇ ਮੇਰਾ ਜ਼ੱਰਾ ਜ਼ੱਰਾ ਕਹਿ ਉੱਠੇ ਮੈਨੂੰ ਮਾਣ ਪੰਜਾਬੀ ਦਾ, ਕਿ ਮੇਰਾ ਤਿਨਕਾ ਤਿਨਕਾ ਕਹਿ ਉੱਠੇ ਮੈਨੂੰ ਮਾਣ ਹੈ ਪੰਜਾਬੀ ਦਾ। ਸੋ ਸਟੂਡੈਂਟਸ, ਅੱਜ ਅਸੀਂ ਇਹ 7 ਕਾਵਿ ਟੋਟੇ ਕੀਤੇ ਹਨ। ਇਹ 7 ਕਾਵਿ ਟੋਟੇ ਤੁਸੀਂ ਆਪਦੀ ਫੇਰ ਕਾਪੀ ਦੇ ਉੱਤੇ ਲਿਖਣੇ ਹਨ ਅਤੇ ਯਾਦ ਕਰਨੇ ਹਨ। ਇਹ ਸਾਰੇ ਕਾਵਿ ਟੋਟਿਆਂ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਕੇ 5 ਵਜੇ ਤੋਂ ਪਹਿਲਾਂ ਇਸ ਨੰਬਰ ਦੇ ਉੱਤੇ ਸੈਂਡ ਕਰਨੀ ਹੈ। ਅਗਰ ਕਿਸੇ ਨੂੰ ਕੁਝ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਧੰਨਵਾਦ।